Yes, we are live now. Good evening, class. Good evening, everyone. I hope you all are doing great. So, राजे जल्दी जल्दी एक फाइनल कंफर्मेशन दे दो ऑडियो वीडियो सारे बच्चों ਨੂੰ क्लियर है पिक्चर विजुअलाइजेशंस किसी बच्चे ਨੂੰ दिक्कत ਤਾਂ नहीं है am I audible now okay so basically 109 ਅੱਜ ਆਪਣਾ ਸੈਸ਼ਨ ਰਹਿਣ ਵਾਲਾ ਡਿਕੋਡ ਪੈਡਾਗੋਜੀ ਦਾ ਆਈ ਹੋਪ ਕਿ ਤੁਸੀਂ ਕੱਲ ਸਾਰਿਆਂ ਨੇ ਲਿਟਰੇਰੀ ਟਰਮਸ ਵਾਲਾ ਜਿਹੜਾ ਟੌਪਿਕ ਹੈ ਉਹ ਲਗਾ ਲਿਆ ਹੋਏਗਾ ਕਿਉਂਕਿ ਉਹਦੇ 'ਚ ਇੱਕ ਨੰਬਰ ਦਾ ਕੰਮ ਘੱਟ ਤੋਂ ਘੱਟ ਬਣਦਾ ਮਿਨੀਮਮ ਮੈਕਸਿਮਮ ਤੁਸੀਂ ਨਹੀਂ ਕਹਿ ਸਕਦੇ ਕਿ ਕਿਵੇਂ ਕੁਐਸਚਨ ਦਾ ਫਾਰਮੇਸ਼ਨ ਹੋ ਸਕਦੀ ਹੈ ਸੀਟੈਟ 'ਚ ਵੀ ਬਣ ਸਕਦਾ ਪੀਐਸਟੈਟ 'ਚ ਵੀ ਬਣ ਸਕਦਾ ਸੋ ਉਹ 6 ਕਲਾਸਿਸ ਜ਼ਰੂਰ ਲਗਾ ਲੈਣਾ ਰਾਜੇ ਤੁਹਾਡੇ ਲਈ ਬਹੁਤ ਬੈਨੀਫੀਸ਼ੀਅਲ ਰਹਿਣ ਵਾਲੀਆਂ ਨੇ ਬਾਕੀ ਆਪਾਂ ਅਕੋਰਡਿੰਗ ਟੂ ਪੈਡਾਗੋਜੀ ਡੇਲੀ ਪ੍ਰੈਕਟਿਸ ਕਰ ਹੀ ਰਹੇ ਹਾਂ 15 ਕੁਐਸਚਨ ਠੀਕ ਹੈ ਸੋ ਜਿਨ੍ਹਾਂ ਬੱਚਿਆਂ ਨੇ ਬੈਚ ਨੂੰ ਪਰਚੇਸ ਨਹੀਂ ਕਰਿਆ ਕੂਪਨ ਕੋਡ ਲਗਾ ਕੇ ਤੁਸੀਂ ਬੈਚ ਨੂੰ ਪਰਚੇਸ ਕਰ ਸਕਦੇ ਹੋ ਅਪਾਰਟ ਫਰਮ ਦਿਸ ਆਪਣਾ ਇਹ ਟਾਈਮ ਟੇਬਲ ਹੈ YouTube ਦਾ ਜਿਹੜੇ ਬਿਲਕੁਲ ਫ੍ਰੀ ਆਫ ਕੋਸਟ ਲੈਕਚਰ ਲੱਗਦੇ ਨੇ ਇਹਨਾਂ ਵਿੱਚੋਂ ਵੀ ਇੱਕ ਐਕਸਟਰਾ ਲੈਕਚਰ ਹੈ ਦੈਟ ਇਜ਼ ਅਬਾਊਟ ਇੰਗਲਿਸ਼ ਕੰਪਰੀਹੈਂਸ਼ਨ ਜਿਹੜਾ ਸਵੇਰੇ 7:45 ਤੇ ਲੱਗਦਾ ਕਲੀਅਰ ਹੈ ਸਾਰਿਆਂ ਨੂੰ ਚਲੋ ਕਰਦੇ ਹਾਂ ਸਟਾਰਟ ਆਪਣਾ ਅੱਜ ਦਾ ਸੈਸ਼ਨ ਵਿਦਆਊਟ ਵੇਸਟਿੰਗ ਐਨੀ ਟਾਈਮ ਸੋ ਫਰਸਟ ਕੁਐਸਚਨ So here is the first question. A learner of class 6 is unable to read a longer text. Longer text मतलब proper ਵੱਡਾ ਵੱਡਾ ਪੜਨਾ as a paragraph. ਔਖਾ ਲੱਗਦਾ ਹੈ. She reads sound of letters and adds a make up word. ਠੀਕ ਹੈ. Which of the following would you suggest her to improve her reading? Reading skill ਕਿਵੇਂ ਬੱਚਾ improve ਕਰ ਸਕਦਾ ਹੈ letters ਆਪਾਂ ਬੋਟਮ ਅਪ ਅਪਰੋਚ ਪੜ੍ਹੀ ਸੀ ਉਹਦੇ 'ਚ ਬੱਚਾ ਕਿ alphabet to words ਜਾਂਦਾ words to sentence ਜਾਂਦਾ ਉਹ ਸਹੀ ਤਰ੍ਹਾਂ ਦੀ ਗੱਲ ਕਰ ਰਹੇ ਨੇ So to read the spelling first and then the sound. पहला spelling nu bolo then sound. To read the whole word as a word, not as a individual. Individual आएगा इत्थे, ठीक है? To have more practice in the same manner. या फिर D option to listen to someone reading out and then read it. मतलब टू लिसन टू समवन रीडिंग आउट सब तो पहला ਉੱਚੀ ਬੋਲੇਗਾ ਆਫਟਰ ਦੈਟ ਤੁਸੀਂ ਉਹਨੂੰ ਕੀ ਹੈ ਰਿਵਾਈਜ਼ ਕਰੋਗੇ ਜਾਂ ਰਿਪੀਟ ਕਰੋਗੇ ਸੋ ਹੇਅਰ ਕਿਹੜਾ ਕੁਐਸਚਨ ਜਿਹੜਾ ਜਾਂ ਕਿਹੜੀ ਆਪਸ਼ਨ ਹੈ ਤੁਹਾਡੇ ਲਈ ਜ਼ਿਆਦਾ ਐਕਿਊਰੇਟ ਬਣ ਰਹੀ ਹੈ ਦੱਸੋ ਰਾਜੇ ਇੱਕ ਤਾਂ ਦੇਖੋ ਕਹਿ ਰਹੇ ਨੇ ਟੂ ਰੀਡ ਦ ਸਪੈਲਿੰਗ ਫਸਟ ਸਭ ਤੋਂ ਪਹਿਲਾਂ ਬੱਚੇ ਨੂੰ ਸਪੈਲਿੰਗ ਦੇ ਵਿੱਚ ਹੀ ਤਾਂ ਸਾਊਂਡ ਆਣਗੇ ਜੇਕਰ ਮੈਂ ਬੋਲ ਰਹੀ ਹਾਂ ਏ ਤਾਂ ਸਾਊਂਡ ਵੀ ਨਾਲ ਆ ਰਹੀ ਹੈ ਦੀ ਸਾਊਂਡ ਠੀਕ ਹੈ ਸੋ ਐਵੇਂ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਟੂ ਰੀਡ ਦਾ ਹੋਲ ਵਰਡ ਐਜ਼ ਅ ਵਰਡ ਨਾਟ ਐਨ ਇੰਡੀਵਿਜੂਅਲ ਬਿਲਕੁਲ ਠੀਕ ਹੈ ਐਵੇਂ ਹੀ ਆਪਾਂ ਪੜਾਵਾਂਗੇ ਬੱਚੇ ਨੂੰ ਟੂ ਹੈਵ ਮੋਰ ਪ੍ਰੈਕਟਿਸ ਇਨ ਦ ਸੇਮ ਮੈਨਰ ਕਈ ਵਾਰੀ ਬੱਚੇ ਨੂੰ ਸੇਮ ਪ੍ਰੈਕਟਿਸ ਨਾਲ ਨਹੀਂ ਸਮਝ ਆਉਂਦਾ ਜ਼ਰੂਰੀ ਨਹੀਂ ਤੁਸੀਂ ਸੇਮ ਪੈਟਰਨ ਫੋਲੋ ਕਰੋਗੇ ਟੂ ਲਿਸਨ ਟੂ ਸਮਵਨ ਰੀਡਿੰਗ ਆਊਟ ਐਂਡ ਦੈਨ ਰਿਪੀਟ ਇਟ ਲਾਈਕ ਤੁਸੀਂ ਮੈਨੂੰ ਦੇਖ ਰਹੇ ਹੋ ਕਿ ਮੇਰੇ ਇੱਕ ਵਰਡ ਦੀ ਪ੍ਰੋਨੰਸੀਏਸ਼ਨ ਹੈ ਮੈਂ ਕਿਵੇਂ ਕਿਸੇ ਸੈਂਟੈਂਸ ਨੂੰ ਰੀਡ ਆਊਟ ਕਰਦੀ ਹਾਂ ਤਾਂ ਤੁਸੀਂ ਮੈਨੂੰ ਦੇਖ ਕੇ ਵੀ ਸਿੱਖ ਸਕਦੇ ਹੋ ਸੋ ਬੀ ਐਂਡ ਡੀ ਜ਼ਿਆਦਾ ਐਪਰੋਪ੍ਰੀਏਟ ਲੱਗ ਰਿਹਾ ਹੇਅਰ ਬੀ ਵਿਲ ਬੀ ਰਾਈਟ ਆਂਸਰ ਠੀਕ ਹੈ ਬੇਟਾ ਜੀ ਇੱਥੇ ਜੋ ਰਾਈਟ ਆਂਸਰ ਆਏਗਾ ਦੈਟ ਇਜ਼ ਅ ਬੀ ਆਪਸ਼ਨ ਚਲੋ ਕੁਐਸਚਨ ਨੰਬਰ 2 ਹਿਊਮਨ ਬ੍ਰੇਨ is a pre-wired with the language device which helps to acquire language from environment. So basically ਇਹ concept ਕਿੰਨੇ ਦੁਆਰਾ ਦਿੱਤਾ ਗਿਆ ਜਾਂ ਥਿਊਰੀ ਕਿੰਨੇ ਦੁਆਰਾ ਰੈਫਰ ਹੈ ਲੇਵ ਵਾਈਗੋਸਕੀ ਜੀਨ ਪਿਆਜੇ ਜੇਰੋਮ ਬਰੂਨਰ ਸਪੈਲਿੰਗ ਗਲਤ ਨੇ ਜੇਰੋਮ ਬਰੂਨਰ ਦੇ ਨੋਮ ਚਮਸਕੀ ਨੇ ਗੱਲ ਕੀਤੀ ਸੀ ਲੈਂਗੁਏਜ ਐਕੁਜੀਸ਼ਨ ਡਿਵਾਈਸ ਕਿ ਬੱਚੇ ਕੋਲ ਇੱਕ ਕੈਪੈਸਿਟੀ ਹੈ ਭਾਸ਼ਾ ਨੂੰ ਜਨਮਜਾਤ ਸਿੱਖਣ ਦੀ ਠੀਕ ਹੈ ਲੈਂਗੁਏਜ ਐਕੁਜੀਸ਼ਨ ਡਿਵਾਈਸ ਜਿਨਨੇ ਇਹਨਾਂ ਨੇ ਯੂਨੀਵਰਸਲ ਗ੍ਰਾਮਰ ਦਾ ਕਨਸੈਪਟ ਦਿੱਤਾ ਡੀਪ ਗ੍ਰਾਮਰ ਦਾ ਵੀ ਯੂਨੀਵਰਸਲ ਗ੍ਰਾਮਰ ਹਰ ਇੱਕ ਪਰਸਪੈਕਟਿਵ ਦੀ ਇਹਨਾਂ ਨੇ ਐਜ਼ ਅ ਬੱਚੇ ਦੇ ਬਿਹਾਵ ਤੇ ਕੀਤੀ ਕਿ ਬੱਚੇ ਜੇਕਰ ਸਕੂਲ ਤੋਂ ਪਹਿਲਾਂ ਦੀ ਵੀ ਗੱਲ ਕਰੀਏ ਇਨ ਫਾਈਨਾਈਟ ਸੈਟ ਆਫ ਪੈਟਰਨ ਸੋ ਇਨਫਾਈਨਾਈਟ ਸੈਟ ਆਫ ਸੈਂਟੈਂਸ ਬਣਾ ਸਕਦਾ ਬੱਚਾ ਠੀਕ ਹੈ ਸੋ ਹੇਅਰ ਡੀ ਵਿਲ ਬੀ ਰਾਈਟ ਆਂਸਰ ਕੁਐਸਚਨ ਨੰਬਰ 2 ਦਾ ਡੀ ਰਾਈਟ ਆਂਸਰ ਆਏਗਾ ਕੁਐਸਚਨ ਨੰਬਰ 3 ਬੇਟਾ ਜੀ ਬੀਇੰਗ ਅ ਲੈਂਗੁਏਜ ਟੀਚਰ ਵਟ ਵਿਲ ਬੀ ਯੂਰ ਏਮ ਆਫ ਲੈਂਗੁਏਜ ਟੀਚਿੰਗ ਐਜ਼ ਅ ਲੈਂਗੁਏਜ ਟੀਚਰ ਜਿਵੇਂ ਮੈਂ ਇੰਗਲਿਸ਼ ਤੁਹਾਨੂੰ ਟੀਚ ਕਰਵਾ ਰਹੀ ਹਾਂ ਉਹਦੇ ਵਿੱਚ ਮੇਰਾ ਕੀ ਏਮ ਹੋਏਗਾ ਜਾਂ ਜੇਕਰ ਕੋਈ ਹਿੰਦੀ ਦਾ ਟੀਚਰ ਹੈ ਪੰਜਾਬੀ ਦਾ ਟੀਚਰ ਹੈ ਉਹਦਾ ਕੀ ਏਮ ਹੈ ਡਿਵੈਲਪਮੈਂਟ ਆਫ ਗ੍ਰਾਮੈਟੀਕਲ ਨੌਲੇਜ ਬੱਚਿਆਂ ਦੇ ਅੰਦਰ ਗ੍ਰਾਮੈਟੀਕਲ ਨੌਲੇਜ ਨੂੰ ਡਿਵੈਲਪ ਕਰਨਾ ਫੋਨੈਟਿਕ ਨੌਲੇਜ ਡਿਵੈਲਪਮੈਂਟ ਆਫ ਐਕੈਡੈਮਿਕ ਨੌਲੇਜ ਜਾਂ ਫਿਰ ਕਮਿਊਨੀਕੇਟਿਵ ਤੇ ਆਪਾਂ ਨੂੰ ਪਤਾ ਹੈ ਜਦੋਂ ਵੀ ਆਪਾਂ ਨੋ ਡਾਊਟ ਫੋਨੈਟਿਕ ਜਿਹੜਾ ਹੈ ਬਿਲਕੁਲ ਬੇਸਿਕ ਹੈ ਕਿਉਂਕਿ ਪਹਿਲਾਂ ਬੱਚੇ ਨੂੰ ਆਪਾਂ ਧੁਨੀਆਂ ਦੀ ਪਹਿਚਾਣ ਕਰਵਾਵਾਂਗੇ ਫਿਰ ਆਪਾਂ ਵਰਡਸ ਲੈ ਕੇ ਜਾਵਾਂਗੇ ਗ੍ਰਾਮੈਟੀਕਲ ਤੇ ਐਕੈਡੈਮਿਕ ਨਹੀਂ ਆਏਗਾ ਬਟ ਜਦੋਂ ਗੱਲ ਆ ਗਈ ਕਮਿਊਨੀਕੇਟਿਵ ਕੰਪੀਟੈਂਸ ਮਤਲਬ ਬੱਚੇ ਨੂੰ ਜਿੰਨਾ ਭਾਸ਼ਾ ਯੂਜ਼ ਕਰਨ ਦੇ ਮੌਕੇ ਦਿਆਂਗੇ ਜਿੰਨਾ ਜ਼ਿਆਦਾ ਬੱਚਾ ਕਮਿਊਨੀਕੇਟ ਕਰੇਗਾ ਇੰਟਰੈਕਟ ਕਰੇਗਾ ਉਨੀ ਜਲਦੀ ਬੱਚੇ ਨੂੰ ਭਾਸ਼ਾ ਆਏਗੀ ਸੋ ਹੇਅਰ ਡੀ ਵਿਲ ਬੀ ਰਾਈਟ ਆਂਸਰ So now move toward question number 4. According to Krashen, dash seek and receive more input, interact with the confidence and are more receptive to the input children receive. Like ਆਪਾਂ in the fifth hypothesis ਪੜਿਆ ਸੀ affective filter.
ਠੀਕ ਹੈ, ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਬੱਚੇ ਨੂੰ ਲੋ ਅਫੈਕਟਿਵ ਫਿਲਟਰ ਦੇ ਨਾਲ ਹਾਈ ਮੋਟੀਵੇਸ਼ਨ ਦੇਣੀ ਹੈ। ਲੈਟ ਅਸ ਸਪੋਜ਼ ਜੇਕਰ ਮੈਂ ਬੱਚੇ ਨੂੰ ਥੋੜੀ ਥੋੜੀ ਮੋਟੀਵੇਸ਼ਨ ਦੇ ਰਹੀ ਹਾਂ ਡੇਲੀ ਦੀ, ਜਿਹਦੇ ਨਾਲ ਬੱਚਾ ਐਂਗਜ਼ਾਇਟੀ ਦਾ ਸ਼ਿਕਾਰ ਨਹੀਂ ਹੋ ਰਿਹਾ, ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੋਇਆ, ਤਾਂ ਇੱਕ ਕਾਈਂਡ ਆਫ ਪੋਜ਼ਿਟਿਵ ਇਫੈਕਟਿਵ ਫਿਲਟਰ ਹੋਏਗਾ ਜਾਂ ਪੋਜ਼ਿਟਿਵ ਮੋਟੀਵੇਸ਼ਨ ਚ ਕਾਊਂਟ ਹੋਏਗਾ। ਠੀਕ ਹੈ, ਜੇਕਰ ਮੈਂ ਬੱਚੇ ਨੂੰ ਕਹਿ ਰਹੀ ਮੈਨੂੰ ਤੇਰੇ ਤੋਂ ਬਹੁਤ ਉਮੀਦ ਹੈ, ਤੇਰਾ ਪੀਐਸ ਸੈਟ ਦਾ ਪੇਪਰ ਤਾਂ ਕਲੀਅਰ ਹੋਣਾ ਹੀ ਚਾਹੀਦਾ, ਬਾਕੀ ਕਿਸੇ ਦਾ ਹੋਵੇ ਨਾ ਹੋਵੇ, ਇਟ ਮੀਨਸ ਉੱਥੇ ਬੱਚਾ ਮੇ ਬੀ ਆਪਦੇ ਆਪ ਨੂੰ ਇੱਕ ਟਾਈਮ ਤੇ ਜਦੋਂ ਉਹਦੇ ਕੋਲ ਨਹੀਂ ਪੜਿਆ ਜਾ ਰਿਹਾ, ਜਾਂ ਜਿਹੜਾ ਬੱਚਾ ਸੀਰੀਅਸ ਹੈ ਉਹ ਪੇਪਰ ਤੋਂ 2 ਦਿਨ ਪਹਿਲਾਂ ਬਿਮਾਰ ਹੋ ਜਾਏ, ਤਾਂ ਉਹ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਸਕਦਾ, ਐਂਗਜ਼ਾਇਟੀ, ਮਤਲਬ ਉਹਨੂੰ ਟੈਨਸ਼ਨ ਜ਼ਿਆਦਾ ਹੋਏਗੀ ਕਿ ਮੇਰੀ ਮੈਮ ਨੇ ਤਾਂ ਕਿਹਾ ਸੀ ਜਾਂ ਮੇਰੇ ਪੇਰੈਂਟਸ ਨੇ ਕਿਹਾ ਸੀ ਮੈਂ ਤਾਂ ਕਲੀਅਰ ਕਰਨਾ ਹੀ ਕਰਨਾ, ਮਤਲਬ ਹੋਰ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈ। ਸੋ ਬੱਚੇ ਨੂੰ ਕਦੇ ਵੀ ਇੰਨਾ ਹਾਈ ਮੋਟੀਵੇਸ਼ਨ ਨਾ ਕਰੋ ਕਿ ਬੱਚੇ ਤੇ ਉਹ ਨੈਗੇਟਿਵ ਇੰਪੈਕਟ ਪਏ। ਸੋ ਲੋ ਅਫੈਕਟਿਵ ਫਿਲਟਰ ਇੱਥੇ ਜ਼ਿਆਦਾ ਬੈਨੀਫੀਸ਼ੀਅਲ ਹੈ ਵਿਦ ਦਾ ਹਾਈ ਮੋਟੀਵੇਸ਼ਨ, ਫॉर अ हाई motivation. Clear है? So here A will be right answer. Question number 5. For the odd one about interactional theory of language. Odd one मतलब ਇਹਨਾਂ ਵਿੱਚੋਂ ਅਲੱਗ ਲੱਭਣਾ ਹੈ ਸਭ ਤੋਂ। Language is a resource for expressing meaning, ਇਹ ਤਾਂ ਠੀਕ ਹੈ। Language is a means of expressing different communicative functions, ਠੀਕ ਹੈ ਜੀ, ਬਿਲਕੁਲ। ਨੈਕਸਟ ਗੱਲ ਕਰੀਏ, ਲੈਂਗੁਏਜ ਇਜ਼ ਅ ਮੀਨਸ ਆਫ ਇੰਟਰਪਰਸਨਲ ਐਂਡ ਸੋਸ਼ਲ ਇੰਟਰੈਕਸ਼ਨ। ਇੰਟਰਪਰਸਨਲ ਮਤਲਬ ਜਾਂ ਤਾਂ ਤੁਸੀਂ ਆਪਣੇ ਨਾਲ ਗੱਲ ਕਰੋਗੇ, ਸੋਸਾਇਟੀ ਦੇ ਵਿੱਚ ਵਿਚਰ ਕੇ ਗੱਲ ਕਰੋਗੇ, ਜਾਂ ਫਿਰ ਲੈਂਗੁਏਜ ਇਜ਼ ਅ ਮੀਨਸ ਆਫ ਮੇਕਿੰਗ ਸਟੈਂਡਰਡ ਇਨ ਸੋਸਾਇਟੀ, ਕਿ ਤੁਸੀਂ ਇੱਕ ਸੋਸਾਇਟੀ ਦੇ ਵਿੱਚ ਆਪਣਾ ਸਟੈਂਡਰਡ ਮੇਨਟੇਨ ਕਰ ਸਕੋ ਕਿ ਹਾਂ ਅਗਲੇ ਬੱਚੇ ਨੂੰ ਭਾਸ਼ਾ ਆਉਂਦੀ, ਐਵੇਂ ਦੀ ਕੋਈ ਗੱਲ ਨਹੀਂ ਹੁੰਦੀ ਰਾਜੇ। ਹੇਅਰ 4 ਵਿਲ ਬੀ ਯਰ ਇਨਕਰੈਕਟ ਆਪਸ਼ਨ, 4 ਇਹਨਾਂ ਵਿੱਚ ਹੈ। ਸੋ ਆਪਣਾ ਰਾਈਟ ਆਂਸਰ ਕੀ ਆ ਜਾਏਗਾ? ਏ ਆਪਸ਼ਨ। ਠੀਕ ਹੈ, ਤਿੰਨੋਂ ਆਪਸ਼ਨ ਸਹੀ ਹੈ। ਬੱਚੇ ਨੂੰ ਕਮਿਊਨੀਕੇਟ ਕਰਵਾਉਣਾ ਹੈ, ਵੱਧ ਤੋਂ ਵੱਧ ਬੱਚਾ ਐਕਸਪ੍ਰੈਸ ਕਰੇਗਾ ਆਪਣੇ ਇਮੋਸ਼ਨਸ, ਆਪਣੇ ਥੋਟਸ ਨੂੰ। ਚਲੋ क्वेश्चन नंबर 6, ਥੋੜੀ ਸਪੀਡ ਅੱਜ ਫਾਸਟ ਰਹੇਗੀ, ਤੁਸੀਂ ਬਸ ਆਦੇ ਆਪ ਨੂੰ ਕੁਇਕ ਰਿਵਾਈਜ਼ ਕਰਨਾ ਹੈ ਕਿ ਹਾਂਜੀ ਸਾਨੂੰ ਸਾਰੇ ਕੁਐਸਚਨ ਆਉਂਦੇ ਨੇ ਕਿ ਨਹੀਂ ਆਉਂਦੇ, ਐਕਸਪਲੇਨੇਸ਼ਨ ਨਾਲ ਦੇ ਨਾਲ ਚੱਲਦੀ ਹੀ ਰਹੇਗੀ। Positive independence, group formation, individual accountability, and the social skills are the founding elements of community based language teaching, टास्क बेस्ड लैंग्वेज टीचिंग, टैक्सट बेस्ड लैंग्वेज टीचिंग, या फिर कोऑपरेटिव टीचिंग। ਹੁਣ ਕੋਆਪਰੇਟਿਵ ਦੇ ਵਿੱਚ ਪੋਜ਼ਿਟਿਵ ਇੰਟਰਡਿਪੈਂਡੈਂਸ ਵੀ ਹੈ, ਗਰੁੱਪ ਫਾਰਮੇਸ਼ਨ ਵੀ ਹੈ, ਇੰਡੀਵਿਜੂਅਲ ਵੀ ਕੰਮ ਹੋ ਰਿਹਾ, ਸੋਸ਼ਲ ਵੀ ਹੋ ਰਿਹਾ, ਸੋ ਹਰ ਇੱਕ ਚੀਜ਼ ਪੋਜ਼ਿਟਿਵ ਹੈ, ਤਾਂ ਡੈਫੀਨਿਟਲੀ ਕਿੰਦੇ ਚ ਆਏਗੀ ਰਾਜੇ? ਕੋਆਪਰੇਟਿਵ ਟੀਚਿੰਗ। ਹੇਅਰ ਡੀ ਵਿਲ ਬੀ ਰਾਈਟ ਆਂਸਰ। ਕੋਈ ਟੈਕਸਟ ਸਪੈਸੀਫਿਕ ਨਹੀਂ ਦਿੱਤਾ, ਕੋਈ ਟਾਸਕ ਨਹੀਂ ਗੱਲ ਕੀਤੀ, ਕੋਈ ਕਮਿਊਨਿਟੀ ਬੇਸਡ ਗੱਲ ਨਹੀਂ ਹੋਈ। ਠੀਕ ਹੈ, ਕਨਫਿਊਜ਼ ਨਹੀਂ ਹੋਣਾ। ਕਈ ਵਾਰੀ ਕੁਐਸਚਨ ਨਾ ਸਿੱਧੇ ਸਿੱਧੇ ਪਏ ਹੁੰਦੇ ਨੇ, ਆਪਾਂ ਓਵਰ ਥਿੰਕਿੰਗ ਕਰਕੇ ਇਹਨੂੰ ਖੁਦ ਹੀ ਖਰਾਬ ਕਰਦੇ ਹਾਂ ਆਂਸਰ। ਚਲੋ क्वेश्चन नंबर 7, as a language teacher which of these will be more applicable for acquiring second language? ਬੱਚੇ ਨੂੰ second language ਸਿਖਾਣੀ ਹੈ, ਸੋ ਜ਼ਿਆਦਾ ਬੈਸਟ ਤਰੀਕਾ ਕਿਹੜਾ ਹੋਏਗਾ? providing easy input, ਲਾਈਕ ਬੱਚੇ ਨੂੰ ਕੰਮ ਜਾਂ ਸੋਰਸ ਹੀ ਬੜੇ ਈਜ਼ੀ ਦੋਗੇ ਤਾਂ ਕਿ ਬੱਚੇ ਨੂੰ ਲੱਗੇ ਕਿ ਮੇਰੇ ਤਾਂ ਭਾਸ਼ਾ ਆ ਗਈ। exposing syntactic structure, नो डाउट आप बच्चे सिंटैक्टिक स्ट्रक्चर सिखाने हाँ, बट एक्सपोजिंग स्टैंडर्ड वोकैबलरी नहीं राजे। क्रिएटिंग एंगजाइटी फ्री इन्वायरमेंट, बिल्कुल ठीक है। बच्चे ਨੂੰ ਟੈਨਸ਼ਨ ਮੁਕਤ ਇਨਵਾਇਰਨਮੈਂਟ ਦੇਣਾ ਹੈ ਕਿ ਬੱਚੇ ਨੂੰ ਕਦੇ ਵੀ ਇਹ ਨਾ ਲੱਗੇ ਮੈਂ ਕਲਾਸ ਵਿੱਚ ਜੋ ਵੀ ਸਿੱਖ ਰਿਹਾ ਮੈਂ ਬੜੇ ਪ੍ਰੈਸ਼ਰਾਈਜ਼ ਹੋ ਕੇ ਸਿੱਖ ਰਿਹਾ, ਜਾਂ ਮੇਰੇ ਉੱਪਰ ਬਰਡਨ ਹੈ, ਮੈਨੂੰ ਸਮਝ ਨਹੀਂ ਆ ਰਹੀ ਤੇ ਮੈਨੂੰ ਕੋਈ ਸਮਝ ਨਹੀਂ ਰਿਹਾ, ਕਾਈਂਡ ਆਫ ਚੀਜ਼ਾਂ ਨਹੀਂ ਆਪਾਂ ਕਰਨੀਆਂ। ਸੋ ਬੱਚੇ ਨੂੰ ਹਮੇਸ਼ਾ ਕੀ ਹੈ, फ्री इन्वायरमेंट प्रोवाइड करना है। एंगजाइटी फ्री इन्वायरमेंट मतलब बिना टेंशन तो, टेंशन मुक्त। ठीक है, चलो क्वेश्चन नंबर 8, बीइंग अ लैंग्वेज टीचर यू आर टू असेस द परफॉर्मेंस ऑफ स्टूडेंट ऑब्जेक्टिवली। ये इंपॉर्टेंट काइंड ऑफ क्वेश्चन है, पीवाईक्यू क्वेश्चन है। बीइंग अ लैंग्वेज टीचर यू आर टू असेस द परफॉर्मेंस ऑफ स्टूडेंट ऑब्जेक्टिवली। ਹੁਣ ऑब्जेक्टिवली ਦਾ ਮਤਲਬ ਕਿ ਤੁਸੀਂ ਇੱਕ ਪ੍ਰੋਪਰ ਸੈੱਟ ਪੈਟਰਨ ਦਾ ਫੋਲੋ ਕੀਤਾ ਹੋਇਆ ਕਿ ਮੈਂ ਐਸੇ ਹੀ ਪੈਟਰਨ ਦੇ ਨਾਲ ਜਾਂ ਇੰਨੇ ਨੰਬਰ ਤੋਂ ਘੱਟ ਜੇਕਰ ਬੱਚੇ ਦੇ ਆਏ ਨੰਬਰ, ਤਾਂ ਇਟ ਮੀਨਸ ਸਾਰੇ ਬੱਚਿਆਂ ਨੂੰ ਮੈਂ ਸੇਮ ਲੈਵਲ ਦਾ ਚੈੱਕ ਕਰਾਂਗੀ, ਮਤਲਬ ऑब्जेक्टिवली। ਜਦੋਂ ਵੀ ਆਬਜੈਕਟਿਵ ਦੀ ਗੱਲ ਆ ਜੇ ਬਸ ਤੁਸੀਂ ਰੂਬਰਿਕ ਯਾਦ ਰੱਖਣਾ। ਰੂਬਰਿਕਸ ਦੇ ਵਿੱਚ ਕੀ ਆਪਾਂ ਬੱਚੇ ਨੂੰ ਆਬਜੈਕਟਿਵਲੀ ਚੈੱਕ ਕਰਦੇ ਹਾਂ, ਜਾਂ ਆਪਾਂ ਇਹ ਕਹਿ ਦਿੰਦੇ ਹਾਂ ਸਕੋਰਿੰਗ ਬੇਸ ਚੈੱਕ ਹੁੰਦੀ ਹੈ, ਸਕੋਰਿੰਗ ਬੇਸਡ ਆਪਾਂ ਚੈੱਕ ਕਰਦੇ ਹਾਂ, ਤੇ ਪ੍ਰੀ ਡਿਟਰਮਾਈਨਡ ਸੈਟ ਆਫ ਪੈਟਰਨ ਦੇ ਨਾਲ। ਪ੍ਰੀ ਡਿਟਰਮਾਈਨਡ ਦਾ ਮਤਲਬ ਹੁੰਦਾ ਹੈ ਕਿ ਪਹਿਲਾਂ ਤੋਂ ਜੋ ਨਿਰਧਾਰਿਤ ਕੀਤੇ ਗਏ ਸੀ ਬਸ ਉਹਨ ਦੇ ਬਿਹਾਵ ਤੇ ਆਪਾਂ ਬੱਚੇ ਨੂੰ ਚੈੱਕ ਕਰਕੇ ਦੱਸ ਰਿਹਾ। ਠੀਕ ਹੈ, ਸੋ ਰਾਈਟਿੰਗ ਟੈਸਟ ਨਹੀਂ ਆਏਗਾ, ਅਸਾइनमेंट ਨਹੀਂ ਆਏਗਾ, ਈਜ਼ੀ ਰਾਈਟਿੰਗ ਨਹੀਂ ਆਏਗਾ। ਹੇਅਰ ਰੂਬਰਿਕ ਵਿਲ ਬੀ ਰਾਈਟ ਆਂਸਰ। ਜਿਨ੍ਹਾਂ ਬੱਚੇ ਨੇ ਰਾਜੇ ਟੈਲੀਗ੍ਰਾਮ ਤੇ ਫ੍ਰੀ WhatsApp ਗਰੁੱਪ ਜੁਆਇਨ ਨਹੀਂ ਕਰਿਆ, ਇਹਨਾਂ ਨੂੰ ਜ਼ਰੂਰ ਕਰ ਲੈਣਾ। ठीक है, चलो क्वेश्चन नंबर 9 की कह रहा है बेटा जी, अ टीचर वांट्स टू जज द ओवरऑल क्वालिटी ऑफ द टास्क परफॉर्म्ड बाय द स्टूडेंट by considering all the criteria of the same time। ਕ੍ਰਾਈਟੇਰੀਆ ਮਤਲਬ ਹਰ ਇੱਕ ਚੀਜ਼ ਨੂੰ ਤੁਸੀਂ ਧਿਆਨ ਵਿੱਚ ਲੈ ਕੇ ਚੱਲ ਰਹੇ ਹੋ, ਬੱਚੇ ਦੇ ਫਿਜ਼ੀਕਲ ਪਰਸਪੈਕਟਿਵ ਨੂੰ ਵੀ, ਮੈਂਟਲੀ ਵੀ, ਕੋਗਨੀਟਿਵ ਵੀ, ਉਹੀ ਗੱਲ ਆ ਗਈ। ਠੀਕ ਹੈ, ਬੱਚੇ ਇਮੋਸ਼ਨਲੀ ਵੀ, ਠੀਕ ਹੈ, ਬੱਚੇ ਦੀ ਕਲਾਸ ਪਰਫਾਰਮੈਂਸ, ਬੱਚੇ ਦੀ ਆਊਟਸਾਈਡ ਪਰਫਾਰਮੈਂਸ, ਬੱਚੇ ਦੇ ਬੋਲਣ ਦਾ ਵੇ, ਬੱਚੇ ਦੇ ਖਾਣ ਪੀਣ ਦਾ ਵੇ, ਬੱਚੇ ਦੇ ਮੈਨਰਸ, ਹਰ ਇੱਕ ਚੀਜ਼ ਨੂੰ ਤੁਸੀਂ ਧਿਆਨ ਵਿੱਚ ਰੱਖ ਰਹੇ ਹੋ। ਸੋ ਸੇਮ ਟਾਈਮ ਤੇ ਹੈਂਸ which of these type of rubrics will be helpful for the teacher? Analytical,
ਹੋਲਿਸਟਿਕ ਮਤਲਬ ਓਵਰਆਲ ਗੱਲ ਕਰਦੇ ਆ, ਹੋਲਿਸਟਿਕ ਮਤਲਬ ਓਵਰਆਲ। ਬਹੁਤ ਈਜ਼ੀ ਸੀ। ਇਹਦੇ ਵਿੱਚ ਆਪਾਂ ਫਿਜ਼ੀਕਲ, ਜਿਵੇਂ ਹੋਲਿਸਟਿਕ ਡਿਵੈਲਪਮੈਂਟ ਤੁਸੀਂ ਸੀਡੀਪੀ 'ਚ ਪੜ੍ਹਿਆ ਹੋਏਗਾ। ਹੋਲਿਸਟਿਕ ਡਿਵੈਲਪਮੈਂਟ ਮਤਲਬ ਕੀ ਹੁੰਦਾ ਹੈ, ਲਾਈਕ ਬੱਚੇ ਨੂੰ ਆਪਾਂ ਫਿਜ਼ੀਕਲੀ ਪਰਸਪੈਕਟ ਤੋਂ ਵੀ ਦੇਖਣਾ, ਮੈਂਟਲੀ ਵੀ, ਇਮੋਸ਼ਨਲੀ ਵੀ, ਕੋਗਨੀਟਿਵ ਸਾਰੇ ਪਾਸੋਂ ਆ ਜਾਏਗਾ। ਕੁਐਸਚਨ ਨੰਬਰ 10, ਕੰਸੀਡਰ ਦਾ ਸਟੇਟਮੈਂਟ ਅਬਾਊਟ ਟੋਟਲ ਫਿਜ਼ੀਕਲ ਰਿਸਪੌਂਸ। ਨਾਲੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਹੈ ਕਿ ਟੋਟਲ ਫਿਜ਼ੀਕਲ ਰਿਸਪੌਂਸ ਦਾ ਕਨਸੈਪਟ ਕਿੰਨੇ ਦਿੱਤਾ ਹੈ। ਅੱਗੇ ਮੈਂ ਕਲਾਸ ਵਿੱਚ ਕਰਵਾਇਆ ਹੋਇਆ ਸੀ, ਮੇ ਬੀ ਸ਼ਾਇਦ ਤੁਸੀਂ ਕਿਸੇ ਨੇ ਮਲਹਾਨ ਫੈਮਿਲੀ ਦੇਖੀ ਹੋਏ। ਵਲੋਗਰਸ ਅੱਜ ਕੱਲ੍ਹ ਵਲੋਗਿੰਗ ਦਾ ਟ੍ਰੈਂਡ ਹੈ, ਉਹਨਾਂ ਵਿੱਚੋਂ ਇੱਕ ਛੋਟਾ ਜਿਹਾ ਬੱਚੇ ਦੇ ਨਾਮ ਤੋਂ ਜੇਮਸ ਅਸ਼ਰ ਯਾਦ ਕਰ ਲੈਣਾ, ਜਿਹਨੇ ਟੋਟਲ ਫਿਜ਼ੀਕਲ ਰਿਸਪੌਂਸ ਦਾ ਕਨਸੈਪਟ ਦਿੱਤਾ ਹੈ। ਠੀਕ ਹੈ, ਉਹ ਵੀ ਬੱਚਾ ਹੈ। ਛੋਟੇ ਬੱਚੇ ਕੀ ਕਰਦੇ ਨੇ, ਅਸ਼ਰ ਇੱਕ ਬੱਚੇ ਦਾ ਨਾਮ ਹੈ, ਐਵੇਂ ਸਮਝ ਲਓ। ਠੀਕ ਹੈ, ਬੱਚੇ ਕੀ ਕਰਦੇ ਨੇ, ਆਦੇ ਹੈਂਡਸ ਮੂਵਮੈਂਟ ਵੀ ਕਰਦੇ ਨੇ, ਭੱਜਦੇ ਰਹਿੰਦੇ ਨੇ, ਉਹਨਾਂ ਦਾ ਪਤਾ ਨਹੀਂ એનર્ਜੀ ਲੈਵਲ ਲੱਗ ਹੀ ਹੁੰਦਾ ਹੈ। ਆਪਾਂ ਇੱਕ ਪੁਆਇੰਟ ਤੇ ਆ ਕੇ ਥੱਕ ਜਾਂਦੇ ਹਾਂ, ਬਟ ਉਹ ਨਹੀਂ ਥੱਕਦੇ। ਠੀਕ ਹੈ, ਸੋ ਵਰਬਲ ਰਿਹਰਸਲ accompanied by the motor activity increase the probability of successful recall। ਆਰਾਮ ਨਾਲ ਇਹਦਾ ਆਨਸਰ ਕਰਨਾ। ਠੀਕ ਹੈ, ਵਰਬਲ ਰਿਹਰਸਲ, ਵਰਬਲ ਮਤਲਬ ਬੱਚਾ ਬੋਲ ਕੇ ਵੀ ਕਿਸੇ ਚੀਜ਼ ਨੂੰ ਆਪਣੀ ਮੋਟਰ ਐਕਟੀਵਿਟੀਜ਼ ਦੇ ਨਾਲ increase the probability of successful recall, ਮਤਲਬ ਚੀਜ਼ਾਂ ਨੂੰ ਲਰਨ ਕਰ ਸਕਦਾ ਹੈ। ਆਪਾਂ ਕਹਿੰਦੇ ਨਾ, ਜਿੰਨੀ ਦੇਰ ਬੱਚਾ ਹੈਂਡ ਔਨ ਐਕਸਪੀਰੀਅੰਸ ਨਹੀਂ ਕਰਦਾ, ਉਨੀ ਦੇਰ ਬੱਚਾ ਕਿਸ ਚੀਜ਼ਾਂ ਨੂੰ ਨਹੀਂ ਸੁਣਦਾ। ਫਿਰ ਆਪਾਂ ਇਹ ਕਹਿੰਦੇ ਹਾਂ, ਜਦੋਂ ਆਪਾਂ ਮੂਵੀ ਦੇਖਦੇ ਹਾਂ ਉਦੋਂ ਆਪਾਂ ਨੂੰ ਚੀਜ਼ਾਂ ਜਲਦੀ ਲਰਨ ਹੁੰਦੀਆਂ ਨੇ, ਐਸ ਕੰਪੈਰੀਟਿਵ ਟੂ ਜਦੋਂ ਆਪਾਂ ਬੁੱਕਸ ਪੜ੍ਹਦੇ ਹਾਂ। ਉਹਦੇ ਵਿੱਚ ਕੀ ਬੱਚਾ ਸੁਣ ਵੀ ਰਿਹਾ ਹੁੰਦਾ, ਬੱਚਾ ਦੇਖ ਵੀ ਰਿਹਾ ਹੁੰਦਾ, ਜ਼ਿਆਦਾ ਸੈਂਸਿਸ, ਜਾਂ ਜਦੋਂ ਬੱਚਾ ਖੁਦ ਕਰੇਗਾ ਮੋਟਰ ਐਕਟੀਵਿਟੀਜ਼ ਵੀ ਬੱਚੇ ਦੀ ਡਿਵੈਲਪ ਹੋਣਗੀਆਂ। ਸੋ ਸਾਰੀਆਂ ਚੀਜ਼ਾਂ ਦੇ 'ਚ ਆ ਜਾਣਗੀਆਂ। ਸੈਕਿੰਡ, ਲੈਂਗੁਏਜ ਲਰਨਿੰਗ ਐਜ਼ ਅ ਪੈਰਲਰ ਪ੍ਰੋਸੈਸ ਟੂ ਦ ਚਿਲਡਰਨਸ ਫਸਟ ਲੈਂਗੁਏਜ ਐਕੁਜੀਸ਼ਨ। ਪੈਰਲਰ ਹਮੇਸ਼ਾ ਲੈ ਕੇ ਚੱਲਣਾ ਹੈ। ਜਦੋਂ ਆਪਾਂ ਬੱਚੇ ਨੂੰ ਸੈਕਿੰਡ ਭਾਸ਼ਾ ਸਿਖਾ ਰਹੇ ਹਾਂ, ਨੋ ਡਾਊਟ ਆਪਾਂ ਬੱਚੇ ਨੂੰ ਫਸਟ ਭਾਸ਼ਾ ਦੇ ਹੈਲਪ ਦੇ ਨਾਲ ਹੀ ਸਿਖਾਵਾਂਗੇ। ਸੋ ਦੋਨੋਂ ਹੀ ਆਪਸ਼ਨ ਮੈਨੂੰ ਸਹੀ ਲੱਗ ਰਹੀਆਂ ਨੇ ਹੇਅਰ। ਸੀ ਵਿਲ ਬੀ ਰਾਈਟ ਆਂਸਰ। ए एंड बोथ आर ट्रू, हाँ बोथ आर ट्रू है ना, बिल्कुल ठीक है। चलो क्वेश्चन नंबर 11, क्वेश्चन 11 कह रहे, बीइंग अ लैंग्वेज टीचर व्हाट affirms your belief about language teaching learning? Comprehension abilities precede productive skill in a learning language। comprehension ability, हाँ साह चढ़ गया। comprehension abilities precede productive skills। हाँ, प्रोडक्टिव स्किल इन लर्निंग लैंग्वेज ਆਪਾਂ प्रोडक्टिव स्किल पढ़ी ने। ठीक है, स्किल्स एक्वायर्ड थ्रू द लिसनिंग ट्रांसफर टू द अदर स्किल। ओके, बिल्कुल ठीक है। लैंग्वेज टीचिंग शुड एम्फेसाइज मीनिंग rather than the form। लैंग्वेज टीचिंग शुड एम्फेसाइज, फोकस करना, एम्फेसाइज मतलब फोकस करना, मीनिंग rather than the form। हाँ, ਉਹੀ ਜਿਵੇਂ ਆਪਾਂ एग्जांपल रूल ਦੀ ਗੱਲ ਕਰਦੇ ਹਾਂ। लैंग्वेज टीचिंग कैन बी फ्री ऑफ इन्वायरमेंट इफेक्ट। लैंग्वेज टीचर कैन बी फ्री ऑफ इन्वायरमेंट इफेक्ट, फ्री ऑफ इन्वायरमेंट इफेक्ट नहीं। ਹੁਣ ਤੁਸੀਂ ਇਹਦਾ ਮਤਲਬ ਐਵੇਂ ਨਾ ਸਮਝਿਆ ਜੇ ਕਿ ਮੈਮ ਫ੍ਰੀ ਆਫ ਇਨਵਾਇਰमेंट ਇਫੈਕਟ ਦਾ ਮਤਲਬ ਤਾਂ ਇਹ ਵੀ ਬੱਚੇ ਨੂੰ ਫ੍ਰੀਲੀ ਇਨਵਾਇਰमेंट ਦਿਓ, ਇੱਥੇ ਉਹ ਗੱਲ ਨਹੀਂ ਕਰ ਰਹੀ। ਲੈਂਗੁਏਜ ਟੀਚਿੰਗ ਕੈਨ ਬੀ ਫ੍ਰੀ ਆਫ ਇਨਵਾਇਰमेंट ਇਫੈਕਟ, ਮਤਲਬ ਕੋਈ ਇਹਦੇ ਤੇ ਇਨਵਾਇਰमेंट ਇਫੈਕਟ ਦਾ ਕੋਈ ਪ੍ਰਭਾਵ ਨਹੀਂ ਪਏਗਾ, ਟੀ ਨਹੀਂ ਆਏਗਾ। ਬਾਕੀ ਰੈਸਟ ਆਫ ਆਪਸ਼ਨਸ ਅਗੇਨ ਸੇਮ ਆਪਸ਼ਨ ਹੈ। ਹੇਅਰ ਏ ਵਿਲ ਬੀ ਅਗੇਨ ਰਾਈਟ ਆਂਸਰ। ਠੀਕ ਹੈ, ਐਵੇਂ ਦਾ ਪਹਿਲਾਂ ਵੀ ਕੁਐਸਚਨ ਆਇਆ ਸੀ ਨਾ ਆਪਸ਼ਨ ਦੇ ਅਕੋਰਡਿੰਗ, ਕੁਐਸਚਨ ਸੇਮ ਨਹੀਂ ਸੀ, ਆਪਸ਼ਨ ਸੇਮ ਸੀ। 12th, which of these emphasizes over comprehension and the use of physical action to teach a language? physical action ਆ ਗਿਆ, physical action ਦਾ suggestive PD ਆਏਗਾ, total physical response ਆਏਗਾ। ਹੁਣ ਬੱਚੇ ਨਾ ਟਾਸਕ 'ਚ ਵੀ ਕਨਫਿਊਜ਼ ਹੋ ਜਾਂਦੇ ਨੇ, ਕਮਿਊਨਿਟੀ ਬੇਸ ਵੀ ਨਹੀਂ ਆਏਗਾ, total physical response ਹੋਣੇ ਆਪਾਂ ਪੜ੍ਹ ਕੇ ਆਏ ਹਾਂ, ਜਿੰਦਾ ਕਨਸੈਪਟ ਕਿੰਨੇ ਦਿੱਤਾ ਸੀ ਰਾਜੇ, ਜੇਮਸ ਅਸ਼ਰ ਨੇ। ਥੋੜੀ ਸਪੀਡ ਫਾਸਟ ਹੈ, ਅੱਜ ਕਲੀਅਰ ਹੋ ਰਿਹਾ ਸਾਰਿਆਂ ਨੂੰ ਡਾਊਟ? ਇਨ ਕੇਸ ਕੋਈ ਵੀ ਡਾਊਟ ਫਿਰ ਵੀ ਪੈਂਡਿੰਗ ਰਹਿ ਜਾਂਦਾ ਬੇਟਾ ਜੀ, ਤੁਸੀਂ ਕਮੈਂਟ ਬਾਕਸ ਵਿੱਚ ਬੜੇ ਪੋਲਾਈਟ ਵੇ ਦੇ ਨਾਲ ਇੱਕ ਮੈਸੇਜ ਡ੍ਰੌਪ ਕਰ ਦੇਣਾ। ਆਫਟਰ ਦੈਟ ਆਪਾਂ ਜਦੋਂ ਵੀ ਨੈਕਸਟ ਕਲਾਸ ਲਗਾਵਾਂਗੇ ਉਹਦੇ ਵਿੱਚ ਡਿਸਕਸ ਕਰ ਲਾਂਗੇ। ਠੀਕ ਹੈ ਜੀ। क्वेश्चन नंबर 13, in a classroom a teacher for introducing verbs gives the command to learners to follow physically। ਬੱਚੇ ਕਹਿ ਰਹੇ ਸੀ ਕਿ ਮੈਮ ਤੁਸੀਂ ਨਾ ਹੁਣ ਕੀ ਕਰਦੇ ਹੋ, ਕੁਐਸਚਨ ਨੂੰ ਐਕਸਪਲੇਨ ਕਰਵਾ ਦਿੰਦੇ ਹੋ, ਤਾਂ ਕਰਕੇ ਸਾਡੇ ਆਨਸਰ ਸਾਰੇ ਸਹੀ ਚਲੇ ਜਾਂਦੇ ਨੇ। ਇੱਕ ਦਿਨ ਬਿਨਾਂ ਐਕਸਪਲੇਨੇਸ਼ਨ ਤੋਂ ਵੀ ਤੁਸੀਂ ਖੁਦ ਕਰਵਾਓ, ਮਤਲਬ ਕੁਐਸਚਨ ਕਰਵਾਓ, ਅਸੀਂ ਆਨਸਰ ਕਰਾਂਗੇ, ਫਿਰ ਪਤਾ ਚੱਲੇਗਾ ਕਿ ਜੈਨੂਇਨ ਅਸੀਂ ਕਿੰਨਾ ਕੁ ਠੀਕ ਕਰਦੇ ਹਾਂ। ਇਸ ਕਰਕੇ ਬਸ ਬਹੁਤ ਘੱਟ ਐਕਸਪਲੇਨੇਸ਼ਨ ਹੋ ਰਹੀ ਹੈ, ਬਟ ਹਾਂ ਜਿੰਨੀ ਨੀਡ ਹੈ ਉਨੀ ਤਾਂ ਹੋ ਹੀ ਰਹੀ ਹੈ, ਕੋਈ ਵੀ ਡਾਊਟ ਨਹੀਂ ਰਹੇਗਾ। ਆਈ ਨੋ। ਇਨ ਅ ਕਲਾਸਰੂਮ ਅ ਟੀਚਰ ਫॉर ਇੰਟਰੋਡਿਊਸਿੰਗ ਵਰਬਸ gives the commands to learner to follow physically। wash your hand, wash your face, wash your hair। Here she or he is following suggestive PD, task based learning teaching content। ਸਿੱਧਾ ਸਿੱਧਾ ਆਨਸਰ ਸੇਮ ਕੁਐਸਚਨ ਆ ਗਿਆ, ਮਤਲਬ ਤੁਹਾਨੂੰ ਦੱਸਣ ਦੇ ਲਈ ਕਿ ਟੋਟਲ ਫਿਜ਼ੀਕਲ ਰਿਸਪੌਂਸ ਤੋਂ ਵੀ ਕਿਵੇਂ ਕਿਵੇਂ ਕੁਐਸਚਨ ਬਣ ਸਕਦੇ ਨੇ। ਜਦੋਂ ਬੱਚਾ ਖੁਦ ਮੂਵਮੈਂਟ ਕਰ ਰਿਹਾ, ਲਾਈਕ ਵਾਸ਼ ਯੂਅਰ ਹੈਂਡਸ,
wash your face, wash your hair, ठीक है। सो ਇੱਥੇ ਬੱਚਾ ਆਪਣੇ skills, motor skills ਨੂੰ develop ਕਰ ਰਿਹਾ। Here, question number 14 is a teacher of class 6 gives the following task to her student. Which of these tasks is authentic? ਹੁਣ authentic ਮੈਂ ਬਹੁਤ ਵਾਰੀ ਕਰਵਾ ਚੁੱਕੀ ਹਾਂ, even ਕਿ ਆਪਣੇ ਲਾਸਟ ਸੈਸ਼ਨ ਦੇ ਵਿੱਚ ਵੀ ਹੋਇਆ ਸੀ। authentic ਮਤਲਬ ਬੱਚੇ ਨੂੰ ਰੀਅਲ ਸਿਚੁਏਸ਼ਨ ਦੇ ਨਾਲ ਜਾਂ ਫਿਰ ਐਵੇਂ ਦੀ ਚੀਜ਼ ਦੇਣੀ ਬੱਚੇ ਨੂੰ ਪ੍ਰੋਵਾਈਡ ਕਰਨੀ ਜਿਹੜੀ ਐਕਚੁਅਲ ਦੇ ਵਿੱਚ ਐਗਜ਼ਿਸਟ ਕਰਦੀ ਹੋਵੇ ਉਹਦੇ ਨੀਅਰ ਬਾਈ এনवायरमेंट ਵਿੱਚ। ਸੋ ਰਿਸਾਈਟ ਅ ਪੋਇਮ, ਰਿਸਾਈਟ ਹੁੰਦਾ ਉੱਚੀ ਉੱਚੀ ਬੋਲਣਾ ਕਿਸੇ ਵੀ ਪੋਇਮ ਨੂੰ ਔਨ ਰੇਨੀ ਡੇ ਫਰੋਮ ਦਾ ਟੈਕਸਟ ਬੁੱਕ। ਹੁਣ ਟੈਕਸਟ ਬੁੱਕ ਆ ਗਿਆ, ਟੈਕਸਟ ਬੁੱਕ ਇਜ਼ ਕਾਈਂਡ ਆਫ ਰਿਸੋਰਸ, ਐਜ਼ ਅ ਟੋਟਲੀ ਆਪਾਂ ਡਿਪੈਂਡ ਨਹੀਂ ਰਹਿ ਸਕਦੇ ਇਹਦੇ ਤੇ। ਰਾਈਟ ਅ ਲੈਟਰ ਟੂ ਦਾ ਮਿਊਨਿਸਪਲ ਕਮਿਸ਼ਨਰ ਕੰਪਲੇਨਿੰਗ ਅਬਾਊਟ ਵਾਟਰ ਲੌਗਿੰਗ ਡਿਊਰਿੰਗ ਦਾ ਮੌਨਸੂਨ ਸੀਜ਼ਨ। ਹੁਣ ਇਹਦੇ ਵਿੱਚ ਤੁਸੀਂ ਰੀਅਲ ਲਾਈਫ ਐਕਸਪੀਰੀਅੰਸ ਲੈ ਲਿਓ, ਇਹਦੇ ਵਿੱਚ ਤੁਸੀਂ ਵਿਦ ਦਾ ਹੈਲਪ ਆਫ ਟੈਕਸਟ ਬੁੱਕ ਕਰ ਰਹੇ ਹੋ। ਸੋ ਸਿਰਫ ਬੀ ਆਏਗਾ, ਬੀ ਇਜ਼ ਐਨ ਆਥੈਂਟਿਕ ਟਾਸਕ। ਕਲੀਅਰ ਹੈ ਬੇਟਾ ਜੀ ਸਾਰਿਆਂ ਨੂੰ? ਬੀ ਇਜ਼ ਐਨ ਆਥੈਂਟਿਕ task. Question number 15, last question of this class. In the class 7th, a discussion over unemployment is going on. ये तो मैम दुखती पे हाथ रख दिया आपने। Unemployment is going on. All the students are participating well. The teacher is observing the performance of the students, and if any student got stuck मतलब जिथे बच्चा रुक गया, he or she provided cues to him ਔਰ ਹਰ मतलब ਜਿੱਥੇ ਬੱਚੇ ਨੂੰ ਦਿੱਕਤ ਆਈ, ਲੈਟ ਅਸ ਸਪੋਜ਼ ਤੁਹਾਡੀ ਕਲਾਸ ਦੇ ਵਿੱਚ ਬੱਚੇ ਨੂੰ ਆਹ ਵਾਲਾ ਕੁਐਸਚਨ ਪੜ੍ਹਨ 'ਚ ਦਿੱਕਤ ਆਈ, ਮੈਂ ਉੱਥੇ ਹੈਲਪ ਕਰਾਂਗੀ, ਬਟ ਸਾਰੇ ਕੁਐਸਚਨ ਦੇ ਆਂਸਰ ਨਹੀਂ ਮੈਂ ਕਰਵਾਵਾਂਗੀ, ਜਿੱਥੇ ਬੱਚੇ ਨੂੰ ਨੀਡ ਹੋਏਗੀ ਜਸਟ ਓਨਾ। ਹੇਅਰ ਦਾ ਟੀਚਰ ਇਜ਼ ਮੋਟੀਵੇਟਿੰਗ ਦਾ ਸਟੂਡੈਂਟ, ਇੰਸਪਾਇਰਿੰਗ ਦਾ ਸਟੂਡੈਂਟ, ਸ਼ੇਪਿੰਗ ਦਾ ਸਟੂਡੈਂਟ, ਸਕੈਫੋਲਡਿੰਗ। ਜਦੋਂ ਸਕੈਫੋਲਡਿੰਗ ਹੀ ਆ ਗਿਆ ਬਾਕੀ ਆਪਸ਼ਨ ਦੇਖਣ ਦਾ ਮਤਲਬ ਹੀ ਨਹੀਂ ਹੈ, ਕਿਉਂਕਿ ਸਕੈਫੋਲਡਿੰਗ ਦਾ ਮਤਲਬ ਕੀ ਹੁੰਦਾ ਹੈ? ਟੈਂਪਰੇਰੀ ਹੈਲਪ, ਟੈਂਪਰੇਰੀ ਹੈਲਪ, ਠੀਕ ਹੈ, ਟੈਂਪਰੇਰੀ ਹੈਲਪ। ਆਫਟਰ ਦੈਟ ਜੇਕਰ ਗੱਲ ਕਰੀਏ ਇਨ ਦਾ ਕੰਸੈਪਟ ਵਾਈਗੋਸਕਿਨ ਦਿੱਤਾ ਤੇ ਫਸਟ ਟਾਈਮ ਇਹ ਟਰਮ ਜਿਹੜੀ ਯੂਜ਼ ਕੀਤੀ ਹੈ ਬਾਈ ਬਰੂਨਰ। ਇਜ਼ ਇਟ ਓਕੇ ਟੂ एवरीवन? ਸੋ ਅੱਜ ਦਾ ਸੈਸ਼ਨ ਦੇ ਵਿੱਚ ਤੁਹਾਡੇ ਆਊਟ ਆਫ 15 ਕਿੰਨੇ ਕੁਐਸਚਨ ਸਹੀ ਹੋਏ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ। ਜਿੰਨਾ ਬੱਚੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਨੂੰ ਜੁਆਇਨ ਨਹੀਂ ਕਰਿਆ, ਵਿਦ ਦਾ ਹੈਲਪ ਆਫ QR ਕੋਡ ਤੁਸੀਂ ਇਹਨਾਂ ਨੂੰ ਵੀ ਜੁਆਇਨ ਕਰ ਲੈਣਾ, ਠੀਕ ਹੈ ਰਾਜੇ। ਤੇ ਆ ਬੁੱਕ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ, ਜਿਨ੍ਹਾਂ ਨੇ PYQ ਕੁਐਸਚਨ ਨੂੰ ਖੁਦ ਸੋਲਵ ਕਰਨਾ ਹੈ, ਹਰ ਇੱਕ ਪੇਪਰ ਨੂੰ ਡੇਲੀ ਦਾ ਪ੍ਰੈਕਟਿਸ ਕਰਨਾ ਹੈ। ਸੋ ਇਹ ਵਿਦ ਦਾ ਹੈਲਪ ਆਫ QR ਕੋਡ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ, ਠੀਕ ਹੈ ਕਲਾਸ। ਥੈਂਕ ਯੂ ਫॉर ਅ ਡੇ। ਸੋ ਬਾਕੀ ਆਪਾਂ ਕੱਲ ਮਿਲਦੇ ਹਾਂ ਕੱਲ ਵਾਲੇ ਸੈਸ਼ਨ 'ਚ। ਥੈਂਕ ਯੂ।